कबीर जी वेद की पुत्री सिमरत भाई संकल जेवरी आपन नगर आपते बंदिया मुकै फांद काल सर संदिया कटी न कटै टूट न जाए सास अपन होए जग को खाई हम देखत जिन सब जग लुटिया कौ कबीर कवन कवन गुण कह गवा तू साहिब गुणी निदाना तुमरी महिमा बरन ना सको तू ठाकुर लोक परलोक दे रखियक भगत वैशल ज्ञान दे सागर सतगुरां दी भगतां भट्टां सिखां दी बाणी बाणी जोत स्वरूप धन धन श्री गुरु ग्रंथ साहिब महाराज जी की पावन पवित्र गोद हजूरी दे विच गुरु शब्द के नाल जुड़ बैठी जुड़ रही सा संगत जी धनता दे योग असी सब बड़ भागे हाँ जिन्हों के गुरु साहब ने कृपा की है जीवन स्वास तंदुरुस्तियां उदम इशनान बख्शिया महाराज जी ने आप ही मेहर करके सानू तोड़ लिया सानू उठा लिया ते सानू बिठा लिया ते हुण महाराज जी सानू सुना रहे ने ते सुनने तो बाद असी उस गल ते गौर करना विचार करना ते विचार करके गुरु की गल मन लैनी जिवें कोई सानू सलाह दिंदा भी ऐदां कर लो बंदा कहंदा भी कोई नहीं विचार करांगे सलाह करांगे भाई फिर तुहानू दस देवांगे सलाह करांगे सो गुरु महाराज जी ने सानू सुनेहा दे दिता है सुनेहा दे दिता है ते सलाह बंदा किस नाल करदा है मन नाल मन है साडा चंचल जिसका मन चंचल होएगा उन्होंने मन सही सलाह नहीं देगा शरारती बंदा कभी भी सही सलाह नहीं देता सियाना बंदा जिंदगी हंडाई हुई जिसने बहुत ही जिंदगी नूं नज़दीक होकर देखा बंदा चंगी सलाह दिंदा है चंगा रस्ता दसदा जिसने ठोकरां खादियां दुख सहे वो चंगी सलाह देता जिसने आवारागर्दी की जिसने गलत कर्म ही जिंदगी में किए वो सलाह की करेगी वो तो भगत कबीर जी कहते वो आप डुबे चौ वेद में चेले दिए वहाए वो तो आप डुबया होंगे वो जोड़े साथी होंगे या चेले होंगे ने या नाल दे होंगे ना वो तो उन्होंने भी गलत काम से ला देता इस करके वो तो डुबया होंगे दूजे का भी बेड़ा डोब दिता
ਸੋ ਚੰਗੀ ਸਲਾਹ, ਚੰਗਾ ਵਿਚਾਰ ਰੋਜ਼ ਮਹਾਰਾਜ ਜੀ ਦੱਸਦੇ ਨੇ ਕਿਸੇ ਤੋਂ ਵੀ ਮਿਲੇ ਤੇ ਲੈ ਲਓ। ਇਹ ਨਹੀਂ ਵੀ ਮੇਰੇ ਤੋਂ ਕੋਈ ਸਿਆਣਾ ਹੋਏਗਾ ਤੇ ਮੈਂ ਉਹਦੇ ਤੋਂ ਸਲਾਹ ਜਾਂ ਵਿਚਾਰ ਲੈਣਾ, ਨਹੀਂ। ਬਾਣੀ ਕਹਿੰਦੀ ਹੈ ਬੱਚੇ ਤੋਂ ਵੀ ਲਿਆ ਜਾ ਸਕਦਾ, ਬਜ਼ੁਰਗ ਤੋਂ ਵੀ ਲਿਆ ਜਾ ਸਕਦਾ, ਨੌਜਵਾਨ ਤੋਂ ਵੀ ਲਿਆ ਜਾ ਸਕਦਾ। ਕੋਈ ਚੰਗੀ ਚੀਜ਼ ਕਿਸੇ ਨੇ ਗ੍ਰਹਿਣ ਕਰਨੀ ਹੈ, ਧਿਆਨ ਦੇਣਾ, ਗੁਰਮੁਖ ਤੋਂ ਵੀ ਲਈ ਜਾ ਸਕਦੀ ਹੈ, ਮਨਮੁਖ ਤੋਂ ਵੀ। ਜਿਹੜਾ ਸੱਚ ਦਾ ਸੌਦਾ ਕਰਦਾ ਉਹਦੇ ਤੋਂ ਵੀ ਚੰਗਾ ਗੁਣ ਲਿਆ ਜਾ ਸਕਦਾ ਹੈ। ਬਾਣੀ ਵਿੱਚ ਲਿਖਿਆ ਬੇਸਵਾ ਤੋਂ ਵੀ ਚੰਗਾ ਗੁਣ ਲਿਆ ਜਾ ਸਕਦਾ ਹੈ, ਚਿੱਕੜ ਤੋਂ ਵੀ ਚੰਗਾ ਗੁਣ ਲਿਆ ਜਾ ਸਕਦਾ ਹੈ, ਤੇ ਜਿਹੜਾ ਕਮਲ ਦਾ ਫੁੱਲ ਹੁੰਦਾ ਉਹਦੇ ਤੋਂ ਵੀ ਚੰਗਾ ਗੁਣ ਲਿਆ ਜਾ ਸਕਦਾ। ਗੱਲ ਤੇ ਗੁਣ ਦੀ ਹੈ। ਜੇ ਕਿਸੇ ਨੇ ਗੁਣ ਲੈਣਾ ਹੈ ਤੇ ਹੁਣ ਚਿੱਕੜ ਦੇ ਵਿੱਚ ਹੀਰਾ ਸੁੱਟ ਦਈਏ, ਹੀਰੇ ਦੀ ਕੀਮਤ ਥੋੜ੍ਹਾ ਘਟ ਜਾਏਗੀ। ਭਾਵੇਂ ਉਹਨੂੰ ਕੱਢਣ ਲੱਗਿਆਂ ਹੱਥ ਲਿਬੜ ਜਾਣਗੇ, ਵੱਖਰੀ ਗੱਲ ਹੈ। ਜਦੋਂ ਹੱਥ ਵਿੱਚ ਹੀਰਾ ਆ ਜਾਏਗਾ ਨਾ, ਜਦੋਂ ਹੱਥ ਵਿੱਚ ਹੀਰਾ ਆ ਗਿਆ ਤੇ ਚਿੱਕੜ ਦੇ ਨਾਲ ਲਿਬੜੀ ਚਮੜੀ ਜਾਂ ਸਾਡੇ ਲੀੜੇ ਕੱਪੜੇ ਉਹ ਸਾਨੂੰ ਪਰੇਸ਼ਾਨੀ ਕਰਨਗੇ, ਕਿਉਂਕਿ ਹੱਥ ਵਿੱਚ ਹੀਰਾ ਆ ਗਿਆ, ਹੱਥ ਵਿੱਚ ਹੀਰਾ ਆ ਗਿਆ। ਸੋ ਜੇ ਕੋਈ ਗਲਤ ਬੰਦਾ ਵੀ ਹੈ, ਉਹਦੇ ਵਿੱਚ ਕੋਈ ਗੁਣ ਹੈ ਤੇ ਉਹਨੂੰ ਚੱਕ ਲਓ, ਉਹਨੂੰ ਪੜ੍ਹ ਲਓ, ਉਹਨੂੰ ਮੰਨ ਲੈਣਾ ਚਾਹੀਦਾ, ਉਸ ਗੁਣ ਨੂੰ ਗ੍ਰਹਿਣ ਕਰ ਲੈਣਾ ਚਾਹੀਦਾ। ਕਿਉਂਕਿ ਦੁਨੀਆ ਦੇ ਵਿੱਚ ਜਿੰਨੇ ਵੀ ਅਸੀਂ ਬੈਠੇ ਹਾਂ, ਬਾਣੀ ਵਿੱਚ ਲਿਖਿਆ ਸਾਰੇ ਹਮ ਅਵਗੁਣ ਭਰੇ ਏਕ ਗੁਣ ਨਾਹੀ। ਸਾਨੂੰ ਸਾਰਿਆਂ ਨੂੰ ਕਹਿਤਾ, ਮੈਨੂੰ ਵੀ ਤੁਹਾਨੂੰ, ਵਕਤੇ ਨੂੰ, ਸਰੋਤੇ ਨੂੰ, ਸਾਰਿਆਂ ਨੂੰ ਕਹਿ ਦਿੱਤਾ, ਇਹਦੇ ਵਿੱਚ ਕੋਈ ਬਚਿਆ ਨਹੀਂ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖੇ ਵਿਖ ਖਾਈ, ਮਾਇਆ ਮੋਹ ਭਰਮ ਪੈ ਭੁੱਲੈ, ਸੁਧ ਦਾ ਰਸੋ ਪ੍ਰੀਤ ਲਗਾਈ। ਉਹ ਇੱਕ ਉੱਤਮ ਪੰਥ ਸੁਣਿਆ ਗੁਰ ਸੰਗਤ ਹੈ, ਮਿਲਨ ਤੇ ਜਮ ਤਰਾਸ ਮਿਟਾਈ। ਇੱਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਨਾਈ। ਸੋ ਅਸੀਂ ਖਿਨ ਖਿਨ ਭੁੱਲਣਹਾਰਾਂ, ਵੀ ਅਵਗੁਣਾਂ ਦੇ ਭਰੇ ਹਾਂ, ਮੈਂ ਨਿਰਗੁਣਿਆਰੇ ਕੋ ਗੁਣ ਨਾਹੀ, ਆਪੇ ਤਸ ਪਿਓਈ। ਤੇ ਹੇ ਸੱਚੇ ਪਾਤਸ਼ਾਹ, ਹੇ ਗੁਰੂ ਰਾਮਦਾਸ, ਹੇ ਗੁਰੂ ਗ੍ਰੰਥ ਸਾਹਿਬ, ਹੇ ਗੁਰੂ ਨਾਨਕ, ਹੇ ਗੁਰੂ ਦੇ ਪਿਆਰਿਓ, ਸਾਨੂੰ ਰੱਖ ਲਓ, ਸਾਨੂੰ ਬਚਾ ਲਓ। ਸੋ ਅਸੀਂ ਇਸ ਵੇਲੇ ਕਿੱਥੇ ਹਾਂ? ਸ੍ਰਿਸ਼ਟੀ ਦੇ ਮਾਲਕ, ਦੁਨੀਆ ਦੇ ਮਾਲਕ, ਖੰਡਾਂ ਬ੍ਰਹਮੰਡਾਂ ਦੇ ਮਾਲਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਆ। ਬਹੁਤ ਘੱਟ ਲੋਕ ਨੇ ਜਿਹੜੇ ਇਸ ਸਮੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੋਦ ਵਿੱਚ ਬੈਠੇ ਹਨ। ਕਿੱਡੀ ਵੱਡੀ ਦੁਨੀਆ, ਸਾਰੀ ਦੁਨੀਆ ਦੇ ਵਿੱਚ ਗਿਣਤੀ ਦੇ ਲੋਕ ਹੋਣਗੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਜਾਂ ਗੋਦ ਵਿੱਚ ਬੈਠੇ ਹੋਣਗੇ। ਬਾਕੀ ਕੋਈ ਸੁੱਤਾ ਹੋਏਗਾ, ਕੋਈ ਬਾਹਰ ਧੰਦਿਆਂ ਤੇ ਲੱਗਾ ਹੋਏਗਾ, ਕੋਈ ਦੁਨੀਆ ਦੀ ਦੌੜ ਵਿੱਚ ਲੱਗਾ ਹੋਏਗਾ, ਕੋਈ ਹਸਪਤਾਲ ਬੈਠਾ ਬਿਲਕਦਾ ਹੋਏਗਾ, ਕੋਈ ਕੋਰਟ ਕਚਹਿਰੀਆਂ ਦੇ ਚੱਕਰਾਂ ਦੀ ਤਿਆਰੀ ਕਰਦਾ ਹੋਏਗਾ। ਤੇ ਗੁਰੂ ਮਿਹਰ ਕਰੇ ਸਾਰੀਆਂ ਇਹ ਗਲਤ ਚੀਜ਼ਾਂ ਤੋਂ ਬਚਾ ਕੇ ਆਪਣੀ ਗੋਦ ਬਖਸ਼ੇ। ਤੇ ਜੇ ਸਾਨੂੰ ਗੋਦ ਮਿਲੀ ਹੋਈ ਹੈ ਤੇ ਅਸੀਂ ਬੜੇ ਭਾਗਾਂ ਵਾਲੇ ਹਾਂ ਤੇ ਕਰਮਾਂ ਵਾਲੇ ਹਾਂ। ਸੋ ਇਸ ਵੇਲੇ ਗੁਰੂ ਦੀ ਗੋਦ ਵਿੱਚ ਬੈਠੇ ਹਾਂ। ਗੁਰੂ ਸਾਡਾ ਵੱਡਾ ਤੇ ਵੱਡੇ ਦੀ ਗੱਲ ਸੁਣਨੀ ਚਾਹੀਦੀ ਹੈ। ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਨਾ ਜਾਏ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕੋਲ ਰਾਖੀ ਮੇਰੀ। ਗੁਰੂ ਨਾਨਕ ਬਹੁਤ ਸਿਆਣੇ ਨੇ, ਬਹੁਤ ਵੱਡੇ ਨੇ, ਦੁਨੀਆ ਦੇ ਮਾਲਕ ਨੇ, ਖੰਡਾਂ ਬ੍ਰਹਮੰਡਾਂ ਦੇ ਮਾਲਕ ਨੇ। ਇਸ ਵੇਲੇ ਸਾਨੂੰ ਬਾਬੇ ਨਾਨਕ ਦੀ ਬਾਣੀ, ਸਾਨੂੰ ਭਗਤਾਂ ਦੀ ਬਾਣੀ ਜੀਵਨ ਸੇਧ ਦੇ ਰਹੀ ਹੈ, ਸਾਨੂੰ ਚੰਗੇ ਪਾਸੇ ਲਾ ਰਹੀ ਹੈ, ਸਾਡੇ ਅੰਦਰੋਂ ਮੈਲ ਬਾਹਰ ਕੱਢ ਰਹੀ ਹੈ। ਗੁਰੂ ਦੀ ਗੋਦ ਵਿੱਚ ਬਹਿਣਾ ਮੈਲ ਬਾਹਰ ਕੱਢਣਾ। ਜਦੋਂ ਭੱਠੀ ਤੇ ਕੋਈ ਚੀਜ਼ ਚੜ ਜਾਂਦੀ ਹੈ ਨਾ, ਜਦੋਂ ਕੜਾਹੇ ਦੇ ਵਿੱਚ ਸਾਧ ਸੰਗਤ ਦੀ ਉਹ ਰਸ ਗੰਨੇ ਦਾ ਜਾਂ ਰੋਹ ਪਾ ਦਿੱਤੀ ਜਾਂਦੀ, ਫਿਰ ਉਹ ਜਿਹੜੀ ਹੈ ਨਾ ਕੜਨੀ ਸ਼ੁਰੂ ਹੋ ਜਾਂਦੀ ਹੈ। ਮੈਲ ਨਿੱਤਰ ਕੇ ਉੱਪਰ ਆਉਣ ਲੱਗ ਜਾਂਦੀ ਹੈ। ਛਾਨਣੀ ਦੇ ਨਾਲ ਮੈਲ ਬਾਹਰ ਕੱਢੀ ਜਾਂਦੀ ਹੈ। ਸੋਹਣਾ ਗੁੜ ਬਣਾ ਦਿੱਤਾ ਜਾਂਦਾ ਹੈ, ਸ਼ੱਕਰ ਬਣਾ ਦਿੱਤੀ ਜਾਂਦੀ ਹੈ। ਦੇਖ ਕੇ ਬੰਦਾ ਕਹਿੰਦਾ ਵੀ ਮੂੰਹ ਵਿੱਚ ਪਾ ਲਈਏ, ਇੰਨੀ ਚੰਗੀ ਦੇਖਣ ਨੂੰ ਲੱਗੇ। ਧਿਆਨ ਦੇਣਾ,
ਜਦੋਂ ਸਾਡਾ ਮਨ ਤੇ ਹੁੰਦਾ, ਸਾਡੇ ਮਨ ਵਿੱਚ ਮੈਲ ਵੀ ਬਹੁਤ ਹੈ ਨਾ, ਜਦੋਂ ਮਨ ਨੂੰ ਮਹਾਰਾਜ ਜੀ ਫੜ ਕੇ ਕਾੜਦੇ ਨੇ, ਮਤਲਬ ਕੁੱਟਦੇ ਨੇ, ਕਾਹਦੇ ਨਾਲ? ਨਾਮ ਰੂਪੀ ਡੰਡੇ ਨਾਲ। ਬਾਣੀ ਵਿੱਚ ਲਿਖਿਆ ਮਨ ਕੁੱਟੇ ਤੋਂ ਜਬ ਤੇ ਛੁੱਟੈ। ਜਦੋਂ ਕੋਈ ਚੁੱਭ ਲੱਗਦੀ ਹੈ, ਜਦੋਂ ਵਚਨ ਸਾਡੇ ਮਨ ਤੇ ਵੱਜਦਾ, ਇਹ ਕੁੱਟਣਾ, ਇਹ ਕੱਪੜੇ ਨੂੰ ਧੋਣਾ ਹੈ। ਤੇ ਜਦੋਂ ਕੱਪੜੇ ਨੂੰ ਧੋਤਾ ਜਾਏ ਸੋਟੇ ਨਾਲ, ਡੰਡੇ ਨਾਲ, ਤੇ ਫਿਰ ਨੈਚੁਰਲੀ ਕੁਦਰਤੀ ਉਹਦੇ ਵਿੱਚੋਂ ਮੈਲ ਬਾਹਰ ਆਉਂਦੀ ਹੈ। ਫਿਰ ਉਹ 'ਚ ਪਾਣੀ ਪਾਇਆ ਜਾਂਦਾ, ਫਿਰ ਉਹਨੂੰ ਕੁੱਟਿਆ ਜਾਂਦਾ, ਪਹਿਲਾਂ ਮੈਲ ਦੇ ਭਰੇ ਨੂੰ, ਤੇ ਫਿਰ ਜਦੋਂ ਉਹਨੂੰ ਪਾਣੀ ਵਿੱਚ ਭਿਉਂ ਦਿੱਤਾ ਜਾਂਦਾ, ਫਿਰ ਕੁੱਟਿਆ ਜਾਂਦਾ, ਫਿਰ ਸਾਫ਼ ਕਰਕੇ ਸੁਕਾ ਕੇ ਉਹਨੂੰ ਵਰਤ ਲਿਆ ਜਾਂਦਾ। ਮਨ ਨੂੰ ਮਹਾਰਾਜ ਜੀ ਬਾਣੀ ਵਿੱਚ ਲਿਖਿਆ ਭਰੀਐ ਮਤ ਪਾਪਾ ਕੇ ਸੰਗ। ਪਹਿਲਾਂ ਲਿਖਿਆ ਮੂਤ ਪਲੀਤੀ ਕੱਪੜ ਹੋਏ, ਦੇ ਸਾਬੁਨ ਲਈਐ ਉਹ ਧੋਏ, ਭਰੀਐ ਮਤ ਪਾਪਾ ਕੈ ਸੰਗ, ਉਹ ਧੋਪੈ ਨਾਵੇ ਕੇ ਰੰਗ। ਜਦੋਂ ਗੁਰੂ ਦੀ ਸ਼ਰਨ ਵਿੱਚ ਆਉਂਦੇ ਆ, ਗੁਰੂ ਦੇ ਵਚਨ ਸੁਣਦੇ ਹਾਂ, ਤੇ ਕੋਈ ਜਾਣੇ ਨਾ ਜਾਣੇ, ਕਿਸੇ ਨੂੰ ਸਮਝ ਲੱਗੇ ਜਾਂ ਨਾ ਲੱਗੇ, ਪਰ ਕੱਪੜਾ ਧੋਤਾ ਜਾ ਰਿਹਾ, ਕੱਪੜਾ ਸਾਫ਼ ਹੋ ਰਿਹਾ। ਅੱਜ ਕੁਝ ਹੋਰ, ਕੱਲ ਕੁਝ ਹੋਰ, ਪਰਸੋਂ ਕੁਝ ਹੋਰ, ਪਰ ਇਹ ਹੈ ਵੀ ਕੱਪੜੇ ਨੂੰ ਧੋਂਦੇ ਰਹਿਣਾ। ਜੇ ਕੱਪੜਾ 6 ਮਹੀਨੇ ਸਾਲ ਤਨ ਦੇ ਨਾਲ ਪਿਆ ਰਹਿ ਗਿਆ ਨਾ, ਉਹਦੇ ਵਿੱਚ ਕਿਰਮ ਜਰਮ ਵੀ ਚੱਲ ਪੈਣੇ ਨੇ, ਤੇ ਉਹ ਪਾਉਣ ਦੇ ਲਾਇਕ ਨਹੀਂ ਰਹਿਣਾ। ਇਸ ਕਰਕੇ ਮਨ ਨੂੰ ਮਹਾਰਾਜ ਜੀ ਕਹਿੰਦੇ ਧੋਂਦੇ ਰਹੋ, ਮਤਲਬ ਸੰਗਤ ਕਰਦੇ ਰਹੋ। ਤੇ ਗੁਰੂ ਸਾਡਾ ਵੱਡਾ, ਤੇ ਗੁਰੂ ਤੋਂ ਅਸੀਂ ਲੈਣੀ ਹੈ ਸਿੱਖਿਆ। ਤੇ ਅੱਜ ਦਾ ਜਿਹੜਾ ਲੜੀਵਾਰ ਸ਼ਬਦ ਹੈ, ਉਹ ਭਗਤ ਕਬੀਰ ਜੀ ਦੀ ਬਾਣੀ ਚੱਲ ਰਹੀ ਹੈ। ਤੇ ਭਗਤ ਕਬੀਰ ਜੀ ਐਸੇ ਭਗਤ ਹੋਏ ਨੇ ਜਿਹਨੂੰ ਕਹਿੰਦੇ ਨੇ ਕ੍ਰਾਂਤੀਕਾਰੀ ਭਗਤ। ਕ੍ਰਾਂਤੀਕਾਰੀ ਉਹ ਹੁੰਦਾ ਭਗਤ, ਤੇ ਵੈਸੇ ਸਾਰੇ ਹੀ ਰੱਬ ਦੇ ਪਿਆਰੇ ਹੁੰਦੇ ਨੇ। ਇੱਕ ਦਾ ਸੁਭਾਅ ਇੱਦਾਂ ਹੁੰਦਾ ਵੀ ਮੂੰਹ ਤੇ ਠਾਹ ਗੱਲ ਮਾਰ ਦੇਣੀ, ਉਹਨੇ ਕੋਈ ਲਿਹਾਜ਼ ਨਹੀਂ ਕਰਨਾ, ਕਿਸੇ ਨੂੰ ਚੰਗੀ ਲੱਗੇ ਜਾਂ ਨਾ ਚੰਗੀ ਲੱਗੇ, ਉਹਨੇ ਸੱਚ ਮੂੰਹ ਚੋਂ ਕਹਿ ਦੇਣਾ, ਕਹਿ ਕੇ ਤੇ ਪਰਾਂ ਹੋ ਜਾਣਾ। ਭਗਤ ਕਬੀਰ ਜੀ ਇਸ ਤਰ੍ਹਾਂ ਦੇ ਨੇ, ਉਹਨਾਂ ਦੇ ਸਾਹਮਣੇ ਕੋਈ ਵੱਡਾ ਵਿਦਵਾਨ ਕਿਉਂ ਨਾ ਹੋਵੇ, ਕਿਉਂਕਿ ਸੱਚ ਕਹਿਣਾ, ਸੱਚ ਤੋਂ ਸੰਗਣਾ ਕਿਉਂ। ਜਿਹਦੇ ਕੁਝ ਪੱਲੇ ਝੂਠ ਹੋਵੇ, ਉਹ ਤੇ ਬੰਦਾ ਸੰਗੇ, ਰੁਕ ਰੁਕ ਕੇ ਬੋਲੇ, ਪਰ ਜਿਹਦੇ ਅੰਦਰ ਸੱਚ ਹੈ ਉਹ ਕਿਉਂ ਰੁਕੇ, ਉਹ ਕਿਉਂ ਸੰਗੇ, ਉਹਨੂੰ ਬੋਲ ਦੇਣਾ ਚਾਹੀਦਾ। ਬਾਬਾ ਨਾਨਕ ਸੰਗਦਾ ਨਹੀਂ। ਬਾਬਾ ਨਾਨਕ ਕਹਿੰਦੇ ਨੇ ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਏ ਜੋਰ। ਬਾਬਰ ਨੂੰ ਜਾਵਰ ਕਹਿੰਦੇ ਨੇ। ਉਹਨਾਂ ਨੂੰ ਵੀ ਪਤਾ ਹੀ ਹੈ ਵੀ ਇਹ ਬਾਦਸ਼ਾਹ ਅੰਦਰ ਕਰਕੇ ਮਰਵਾ ਵੀ ਸਕਦਾ। ਪਰ ਮੈਂ ਅੱਗੇ ਬੇਨਤੀ ਕਰਦਾ ਹੁਣ, ਜਿਹੜੇ ਸਾਧੂ ਫਕੀਰ ਸੰਤ ਹੁੰਦੇ ਨੇ, ਉਹ ਬੇਪਰਵਾਹ ਹੁੰਦੇ ਨੇ। ਔਰ ਇੱਥੋਂ ਤੱਕ ਕਹਿੰਦੇ ਉਹਨਾਂ ਦੀ ਹਵਾ ਵੱਲ, ਪਰਛਾਵੇਂ ਵੱਲ ਨਹੀਂ ਕੋਈ ਤੱਕ ਸਕਦਾ। ਉਹਨਾਂ ਦਾ ਵਿਗਾੜਨਾ ਕੀ ਹੈ? ਜੇ ਉਹਨਾਂ ਨੂੰ ਕੋਈ ਸ਼ਹੀਦ ਕਰਦਾ ਤੇ ਉਹ ਆਪਣੀ ਮਰਜ਼ੀ ਨਾਲ ਹੁੰਦੇ ਨੇ। ਧਿਆਨ ਦੇਣਾ, ਸ਼ਹੀਦੀ ਇੱਕ ਦਾਤ ਹੈ। ਜਿਵੇਂ ਪੁੱਤਰ ਇੱਕ ਦਾਤ ਹੈ ਨਾ, ਧੀ ਇੱਕ ਦਾਤ ਹੈ, ਦੁਨੀਆ ਦੇ ਪਦਾਰਥ ਇੱਕ ਦਾਤ ਹੈ ਨਾ, ਇਸ ਤਰ੍ਹਾਂ ਗ੍ਰੰਥਾਂ ਵਿੱਚ ਲਿਖਿਆ ਵਿਦਵਾਨਾਂ ਨੇ, ਸ਼ਹੀਦੀ ਵੀ ਇੱਕ ਬੜੀ ਵੱਡੀ ਦਾਤ ਹੈ। ਇਹ ਕਹਿੰਦੇ ਨੇ ਭਾਗਾਂ ਵਾਲਿਆਂ ਨੂੰ ਤੇ ਵਿਰਲਿਆਂ ਨੂੰ ਮਿਲਦੀ ਹੈ। ਜਿਹੜਾ ਸ਼ਹਾਦਤ ਦਾ ਜਾਮ ਪੀਂਦਾ ਉਹ ਡਰਾਕਲ ਥੋੜ੍ਹਾ ਹੁੰਦਾ ਹੈ, ਉਹਦੇ ਅੰਦਰ ਬਾਣੀ ਹੁੰਦੀ ਹੈ, ਉਹ ਸੱਚ ਨੂੰ ਠਾਹ ਕਰਕੇ ਬੋਲਦਾ। ਜਦੋਂ ਸਾਹਿਬਜ਼ਾਦੇ ਕਚਹਿਰੀ ਦੇ ਵਿੱਚ ਜਾਂਦੇ ਨਾ, ਸੂਬੇ ਦੀ ਕਚਹਿਰੀ ਦੇ ਵਿੱਚ, ਪਤਾ ਹੈ ਇਹਨਾਂ ਨੇ ਸਾਨੂੰ ਗ੍ਰਿਫਤਾਰ ਕੀਤਾ, ਗ੍ਰਿਫਤਾਰ ਬੰਦੇ ਨੂੰ ਤਾਂ ਡਰ ਹੀ ਹੁੰਦਾ। ਚੋਰ ਡਰਦੇ ਨੇ ਗ੍ਰਿਫਤਾਰ ਜਿਹੜੇ ਹੋਏ, ਬਾਕੀ ਜਿਹੜਾ ਸਹੀ ਬੰਦਾ ਹੁੰਦਾ ਉਹਨੂੰ ਪਤਾ ਮੈਂ ਕੋਈ ਗੁਨਾਹ ਨਹੀਂ ਕੀਤਾ। ਤੇ ਸੂਬੇਦਾਰ ਦੀ ਕਚਹਿਰੀ ਦੇ ਵਿੱਚ ਜਾ ਕੇ ਛੋਟੇ ਛੋਟੇ ਸਾਹਿਬਜ਼ਾਦੇ ਉਹ ਕੁਝ ਕਰ ਜਾਂਦੇ ਨੇ, ਜਿਹੜੇ ਸਿਆਣੇ ਤੋਂ ਸਿਆਣਾ ਬੰਦਾ ਵੀ ਉੱਥੇ ਗੱਲ ਦਾ ਜਵਾਬ ਨਹੀਂ ਦੇ ਸਕਦਾ। ਮਤਲਬ ਸੱਚ ਜਿਹੜਾ ਹੈ, ਸੱਚ ਜਿਹੜਾ ਇਹ ਚੁੱਭਦਾ ਤੇ ਜ਼ਰੂਰ ਹੈ, ਪਰ ਸੱਚ ਜਿਹੜਾ ਸਾਹਮਣੇ ਵਾਲੇ ਝੂਠੇ ਦੀਆਂ ਜੜ੍ਹਾਂ ਨੂੰ ਹਿਲਾ ਕੇ ਰੱਖ ਦਿੰਦਾ ਹੈ। ਉਹ ਇੱਕ ਨਾ ਇੱਕ ਦਿਨ ਖਤਮ ਹੋ ਜਾਂਦਾ। ਸੱਚ ਨੇ ਝੂਠ ਨੂੰ ਰਹਿਣ ਨਹੀਂ ਦੇਣਾ। ਸੋ ਭਗਤ ਕਬੀਰ ਜੀ ਦਾ ਇਹਦਾ ਸ਼ਬਦ ਬਹੁਤ ਕਮਾਲ ਦਾ ਹੈ। ਕਹਿੰਦੇ ਵੇਦ ਕੀ ਪੁੱਤਰੀ ਸਿਮਰਤ ਭਾਈ। ਵੇਦ ਕਹਿੰਦੇ ਨੇ ਜਿਵੇਂ 4 ਵੇਦ ਗ੍ਰੰਥ ਬ੍ਰਹਮੇ ਨੇ ਰਚੇ। ਕਹਿੰਦੇ ਬ੍ਰਹਮੇ ਕਥ ਕਥ ਅੰਤ ਨਾ ਪਾਇਆ, ਅੰਤ ਉਹਨੇ ਵੀ ਨਹੀਂ ਪਾਇਆ ਭਾਵੇਂ ਗ੍ਰੰਥ ਰਚੇ।
ਕਹਿੰਦੇ ਵੇਦ ਕੀ ਪੁੱਤਰੀ, ਗ੍ਰੰਥਾਂ ਦੀ ਧੀ, ਵੇਦਾਂ ਦੀ ਧੀ, ਸਿਮਰਤੀਆਂ ਜਾਂ ਹੋਰ ਕਈ ਗ੍ਰੰਥ ਜਿਹੜੇ ਨੇ ਲਗਭਗ ਸ਼ਾਇਦ 31 ਲਿਖੇ ਨੇ। ਇਹਨਾਂ ਤੋਂ ਬਾਅਦ ਸਿਮਰਤੀਆਂ ਦੇ ਰੂਪ ਦੇ ਹੋਰ ਵੀ ਬਹੁਤ ਨੇ। ਸਿਮਰਤੀਆਂ ਦੇ ਰੂਪ ਦੇ ਵਿੱਚ ਕਈ ਗ੍ਰੰਥ ਆਏ, ਕਿਸੇ ਨੇ ਘੱਟ ਲਿਖੇ ਨੇ, ਕਿਸੇ ਨੇ ਵੱਧ ਲਿਖੇ ਨੇ। ਸੋ ਖੈਰ ਗਿਣਤੀ ਦੇ ਵਿੱਚ ਨਹੀਂ ਪੈਣਾ ਵੀ ਭਗਤ ਜੀ ਕੀ ਕਹਿੰਦੇ। ਕਹਿੰਦੇ ਵੇਦਾਂ ਦੀ ਪੁੱਤਰੀ, ਵੇਦ ਦੀ ਪੁੱਤਰੀ ਆ ਗਈ ਬਈ, ਜੰਮੀ ਹੋਈ ਧੀ ਜਿਹੜੀ ਆ ਗਈ ਹੈ, ਉਹ ਸਿਮਰਤੀਆਂ ਆ ਗਈਆਂ। ਉਹਦੇ ਵਿੱਚ ਮਨੂ ਸਿਮਰਤੀ ਵੀ ਹੈ। ਜਿਹੜੀ ਰਚਨਾ ਸਾਨੂੰ ਗਲਤ ਪਾਸੇ ਲਾਵੇ, ਕਰਮ ਕਾਂਡ ਵਿੱਚ ਪਾਵੇ, ਉਹ ਰਚਨਾ ਭਾਵੇਂ ਜਿਸ ਦੀ ਮਰਜ਼ੀ ਲਿਖੀ ਹੋਵੇ, ਉਸ ਨੂੰ ਪੂਰਨ ਤੌਰ ਤੇ ਸਹੀ ਨਹੀਂ ਮੰਨਿਆ ਜਾਂਦਾ। ਜਦੋਂ ਬੰਦੇ ਵਿਦਵਾਨ ਲੋਕ, ਫਿਲਾਸਫਰ ਲੋਕ ਰਿਸਰਚ ਕਰਦੇ ਨੇ, ਖੋਜ ਕਰਦੇ ਨੇ ਗ੍ਰੰਥਾਂ ਦੀ, ਕਿਸੇ ਦੀ ਰਚਨਾ ਦੀ, ਫਿਰ ਉਹ ਨਿਤਾਰਾ ਕਰ ਦਿੰਦੇ ਨੇ ਵੀ ਇਹ ਗ੍ਰੰਥ ਦੇ ਵਿੱਚ ਕੀ ਲਿਖਿਆ, ਇਹ ਗ੍ਰੰਥ ਦੇ ਵਿੱਚ ਕੀ ਲਿਖਿਆ। ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਦੁਨੀਆ ਦੇ ਵੱਡੇ ਵੱਡੇ ਵਿਦਵਾਨਾਂ ਨੇ ਖੋਜ ਕੀਤੀ ਤੇ ਅਮਰੀਕਾ ਦੇ ਵਿੱਚ ਸਭ ਤੋਂ ਨੰਬਰ 1 ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਨੂੰ ਰੱਖਿਆ ਗਿਆ, ਕਿਉਂਕਿ ਇਸ ਗ੍ਰੰਥ ਦੇ ਵਿੱਚ ਕਿਸੇ ਧਰਮ ਦੇ ਪ੍ਰਤੀ ਕੋਈ ਵੀ ਕਿਸੇ ਕਿਸਮ ਦੀ ਕੋਈ ਨਿੰਦਿਆ ਨਹੀਂ ਹੈ, ਬੁਰਾਈ ਨਹੀਂ ਹੈ। ਇਹ ਸਰਬ ਉੱਚ ਸਰਬ ਸਾਂਝੀ ਵਾਲਤਾ ਦਾ ਪ੍ਰਤੀਕ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਇਹਦੇ ਵਿੱਚ ਕੋਈ ਵੀ ਕਾਲਪਨਿਕ ਚੀਜ਼ਾਂ ਨਹੀਂ ਹਨ ਜਿਹੜੀਆਂ ਪੂਰੀਆਂ ਕਸੌਟੀ ਤੇ ਖਰੀਆਂ ਉਤਰਦੀਆਂ ਨੇ। ਕੋਈ ਚੀਜ਼ਾਂ ਲਿਖੀਆਂ ਗਈਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਕੋਈ ਮਿਥਿਹਾਸ ਨਹੀਂ ਹੈ, ਕੋਈ ਆਪਣੇ ਕੋਲ ਬਣਾਈਆਂ ਗੱਲਾਂ ਨਹੀਂ ਹੈ। ਧੁਰਕੀ ਬਾਣੀ ਹੈ ਜੋ ਬਿਲਕੁਲ ਸੱਚੀ ਤੇ ਸਹੀ। ਪਰ ਜਿਹੜੀਆਂ ਚੀਜ਼ਾਂ ਕਿਸੇ ਨੇ ਆਪਣੇ ਕੋਲੋਂ ਲਿਖ ਦਿੱਤੀਆਂ, ਕੋਈ 100 ਸਾਲ ਬਾਅਦ ਲਿਖ ਦਿੱਤੀ, ਕਿਸੇ ਨੇ ਕੁਝ 1000 ਸਾਲ ਬਾਅਦ ਲਿਖ ਦਿੱਤੀ, ਉਹਨਾਂ ਦੇ ਵਿੱਚ ਕੁਝ ਨਾ ਕੁਝ ਫਰਕ ਜਿਹੜਾ ਉਹ ਪੈ ਗਿਆ। ਤੇ ਜਿਹੜਾ ਕੋਈ ਵੀ ਕਿਸੇ ਦੀ ਰਚਨਾ ਹੈ, ਜੇ ਉਹ ਸਾਨੂੰ ਕਰਮ ਕਾਂਡ ਵੱਲ ਲੈ ਕੇ ਜਾਵੇ, ਗਲਤ ਪਾਸੇ ਲੈ ਕੇ ਜਾਏ, ਤੇ ਭਗਤ ਕਬੀਰ ਜੀ ਕਹਿੰਦੇ ਨੇ ਇਹ ਫਿਰ ਜਿਹੜੀ ਹੈ ਨਾ ਸੰਕਲ, ਮਤਲਬ ਇੱਕ ਸੰਗਲ ਹੁੰਦਾ, ਜੇਵਰੀ ਕਹਿੰਦੇ ਨੇ ਰੱਸੀਆਂ, ਸੰਕਲ ਜੇਵਰੀ ਲੈ ਆਈ। ਇਹ ਵਰਨ ਵੰਡ ਆਸ਼ਰਮਾਂ ਦੇ ਵਿੱਚ ਇੱਕ ਨਾ ਰੱਸੀਆਂ ਵਾਲੀ ਇੱਕ ਜੇਵਰੀ ਲੈ ਕੇ ਆ ਗਈ, ਸੰਗਲ ਲੈ ਕੇ ਆ ਗਈ। ਅੱਗੇ ਵਿਦਿਆ ਜਿਹੜੀ ਸੀ ਉਹ ਆਸ਼ਰਮਾਂ ਦੇ ਵਿੱਚ ਪੜ੍ਹਾਈ ਜਾਂਦੀ ਸੀ। ਪੁਰਾਤਨ ਸਮੇਂ ਦੇ ਵਿੱਚ ਉੱਚੀ ਕੁਲ ਵਾਲੇ ਨੂੰ ਦਾਖਲ ਕੀਤਾ ਜਾਂਦਾ ਸੀ। ਧਾਰਮਿਕ ਵਿਦਿਆ ਜਾਂ ਵੇਦ ਸ਼ਾਸਤਰਾਂ ਦਾ ਗਿਆਨ ਪੜ੍ਹਾਇਆ ਜਾਂਦਾ ਸੀ। ਨੀਵੀਆਂ ਜਾਤਾਂ ਵਾਲਿਆਂ ਨੂੰ, ਸ਼ੂਦਰਾਂ ਨੂੰ ਜਾਂ ਹੋਰ ਦੂਜੀ ਕੈਟਾਗਰੀ ਵਾਲਿਆਂ ਨੂੰ, ਜਾਂ ਜਿਹਨੂੰ ਅਸੀਂ BC ਵੀ ਕਹਿ ਦਿੰਦੇ, ਇਹਨਾਂ ਨੂੰ ਕੋਈ ਹੱਕ ਨਹੀਂ ਸੀ। SC ਜਾਂ BC ਕਿਸੇ ਨੂੰ ਹੱਕ ਨਹੀਂ ਸੀ ਇਹਨਾਂ ਗ੍ਰੰਥਾਂ ਨੂੰ ਪੜ੍ਹਨ ਦਾ। ਜੇ ਕੋਈ ਗ੍ਰੰਥ ਭੁਲੇਖੇ ਨਾਲ ਪੜ੍ਹਦਾ ਸੀ ਤੇ ਉਹਦੀ ਜੀਭ ਕੱਢ ਦਿੱਤੀ ਜਾਂਦੀ ਸੀ, ਸਿੱਕਾ ਢਾਲ ਕੇ ਉਹਦੇ ਕੰਨ ਵਿੱਚ ਪਾ ਦਿੱਤਾ ਜਾਂਦਾ ਸੀ। ਤੁਸੀਂ ਇਹ ਗ੍ਰੰਥ ਦੀ ਕਿਸੇ ਦੀ ਰਚਨਾ ਨੂੰ ਸੁਣਿਆ ਕਿਵੇਂ, ਪੜ੍ਹਿਆ ਕਿਵੇਂ, ਤੁਹਾਨੂੰ ਹੱਕ ਨਹੀਂ। ਬਸ ਉੱਚ ਸ਼੍ਰੇਣੀ ਦੇ ਲੋਕਾਂ ਨੂੰ ਇਹ ਹੱਕ ਦਿੱਤਾ ਹੋਇਆ ਸੀ। ਤੇ ਜਿਸ ਗ੍ਰੰਥ ਨੇ ਇਹ ਹੱਕ ਦਿੱਤਾ, ਤੇ ਅੱਜ ਦੇ ਜ਼ਮਾਨੇ ਵਿੱਚ ਉਸ ਦੇ ਹੱਕ ਵਿੱਚ ਸਾਰੀ ਦੁਨੀਆ ਨਹੀਂ ਹੋਈ। ਕਿਉਂਕਿ ਗਿਆਨ ਜਿਹੜਾ ਹੁੰਦਾ, ਗ੍ਰੰਥ ਜਿਹੜਾ ਹੁੰਦਾ, ਸਾਰੀ ਸ੍ਰਿਸ਼ਟੀ ਦੇ ਲਈ ਸਾਂਝਾ ਹੁੰਦਾ। ਉਪਦੇਸ਼ ਜਿਹੜਾ ਇੱਕ ਵਰਨ ਦੇ ਲਈ ਨਹੀਂ ਹੁੰਦਾ, ਸਹੂਲਤਾਂ ਜਿਹੜੀਆਂ ਇੱਕ ਵਰਨ ਦੇ ਲਈ ਨਹੀਂ ਹੁੰਦੀਆਂ। ਖੱਤਰੀ, ਬ੍ਰਾਹਮਣ, ਸੂਦ, ਵੈਸ, ਉਪਦੇਸ਼ ਚੋਂ ਵਰਨਾਂ ਕੋ ਸਾਂਝਾ। ਜੇ ਤੇ ਅਸਲੀ ਰਚਨਾ ਹੈ, ਉਹਦਾ ਉਪਦੇਸ਼ ਸਾਰਿਆਂ ਨੂੰ ਹੋਏਗਾ। ਉਹ ਗਲਤ ਪਾਸਿਓਂ ਉਸ ਨੂੰ ਹਟਾਏਗਾ, ਚੰਗੇ ਪਾਸੇ ਲਾਏਗਾ। ਕਿਸੇ ਕਰਮ ਕਾਂਡ ਵਿੱਚ ਗ੍ਰੰਥ ਦੀ ਰਚਨਾ ਨਹੀਂ ਪਾਏਗਾ। ਸੋ ਭਗਤ ਕਬੀਰ ਜੀ ਕਹਿੰਦੇ ਜਿਹੜੇ ਗਲਤ ਤਰੀਕੇ ਦੇ ਨਾਲ ਕਿਸੇ ਦੀ ਰਚਨਾ ਹੈ ਜਾਂ ਸੀ, ਉਸ ਨੇ ਇੱਕ ਬੰਧਨ ਜੇ ਪਾ ਦਿੱਤੇ। ਇੱਕ ਕਰਮ ਕਾਂਡ ਦੀਆਂ ਰੱਸੀਆਂ ਦੇ ਨਾਲ
ਬੰਨ ਕੇ ਰੱਖ ਦਿੱਤਾ ਮਨੁੱਖ ਨੂੰ, ਉਹ ਉਹਦੇ ਤੋਂ ਬਾਹਰ ਪੈਰ ਹੀ ਨਹੀਂ ਧਰਦਾ। ਧਿਆਨ ਦੇਣਾ, ਕਰਮ ਕਾਂਡ ਦੀਆਂ ਇੰਨੀਆਂ ਜ਼ਿਆਦੀਆਂ ਰਸੀਆਂ ਕਈ ਗ੍ਰੰਥਾਂ ਨੇ ਪਾ ਦਿੱਤੀਆਂ। ਕਈ ਲੋਕ ਜਿਹੜੇ ਨੇ ਉਹ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਜੋਤਸ਼ੀ ਪੰਡਤ ਕੋਲ ਜ਼ਰੂਰ ਜਾਂਦੇ ਨੇ, ਉਹਨੂੰ ਪੁੱਛਦੇ ਨੇ ਤਰੀਕ ਦੱਸੋ, ਦਿਨ ਦੱਸੋ। ਇਹ ਗੱਲ ਜਿਹੜੀ ਜੋਤਸ਼ੀਆਂ ਕੋਲ ਪੁੱਛੀ ਜਾਂਦੀ ਸੀ ਨਾ, ਅੱਜ ਕੱਲ੍ਹ ਭਾਈਆਂ ਤੋਂ ਵੀ ਪੁੱਛੀ ਜਾਂਦੀ ਹੈ, ਜਿਹੜੀ ਬਿਲਕੁਲ ਗੁਰਮਤਿ ਦੇ ਅਨੁਸਾਰ ਲਿਖਿਆ ਹੋਇਆ ਬਿਲਕੁਲ ਗਲਤ ਹੈ। ਬਾਣੀ ਵਿੱਚ ਲਿਖਿਆ ਸਭੇ ਰੁੱਤੀ ਚੰਗੀਆਂ। ਜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਇਹ ਲਿਖਿਆ ਹੋਵੇ ਵੀ ਆਹ ਦਿਨ ਚੰਗਾ ਮਾੜਾ, ਫਿਰ ਗੁਰੂ ਗ੍ਰੰਥ ਸਾਹਿਬ ਨੂੰ ਵੀ ਕਿਸੇ ਨੇ ਮੰਨਣਾ ਨਹੀਂ ਸੀ, ਕਿਉਂਕਿ ਭਗਤ ਜੀ ਦੇ ਅੱਜ ਦਾ ਸ਼ਬਦ ਦਾ ਭਾਵ ਅਰਥ ਹੀ ਹੈ, ਜਿਹੜੀ ਰਚਨਾ ਜਿਹੜਾ ਗ੍ਰੰਥ ਸਾਨੂੰ ਸਹੀ ਦਿਸ਼ਾ ਨਹੀਂ ਸਿਖਾਉਂਦਾ, ਉਹ ਤੁਹਾਨੂੰ ਬੇੜੀਆਂ ਦੇ ਵਿੱਚ ਜਕੜ ਕੇ ਰੱਖ ਦੇਵੇਗਾ। ਤੇ ਜਿਹੜਾ ਇਨਸਾਨ ਕਰਮ ਕਾਂਡ ਕਰਦਾ, ਦਿਨ ਨੂੰ ਮੁੱਖ ਰੱਖ ਕੇ ਕੰਮ ਕਰਦਾ, ਰੁੱਤ ਨੂੰ ਮੁੱਖ ਰੱਖ ਕੇ ਕੰਮ ਕਰਦਾ ਹੈ, ਘੜੀਆਂ ਨੂੰ ਦੇਖ ਕੇ ਕੰਮ ਕਰਦਾ, ਸਵੇਰ ਨੂੰ ਦੇਖ ਕੇ ਕੰਮ ਕਰਦਾ, ਸ਼ਾਮ ਨੂੰ ਦੇਖ ਕੇ ਕੰਮ ਕਰਦਾ, ਇਸ ਦਿਨ ਸਿਰ ਨਹੀਂ ਧੋਣਾ, ਇਸ ਦਿਨ ਕੱਪੜੇ ਨਹੀਂ ਧੋਣੇ, ਇਸ ਦਿਨ ਪ੍ਰਾਹੁਣਚਾਰੀ ਨਹੀਂ ਜਾਣਾ, ਇਸ ਦਿਨ ਕੱਪੜੇ ਨਹੀਂ ਖਰੀਦਣੇ, ਇਸ ਦਿਨ ਉਹ ਨਹੀਂ ਕਰਨਾ, ਇਸ ਦਿਨ ਸ਼ਗਨ ਨਹੀਂ ਕਰਨਾ, ਇਸ ਦਿਨ ਵਿਆਹ ਨਹੀਂ ਕਰਨਾ। ਆਹ ਚੀਜ਼ਾਂ ਜਿਹੜੇ ਲੋਕ ਕਰਦੇ ਨੇ ਬਿਲਕੁਲ ਗੁਰੂ ਨਾਨਕ ਦੇ ਸਿੱਖ ਨਹੀਂ। ਜੇ ਕਿਸੇ ਨੂੰ ਕੋਈ ਸ਼ੱਕ ਹੋਵੇ ਤੇ ਬਹਿ ਕੇ ਵਿਚਾਰ ਕਰ ਲਿਓ ਜਾਂ ਗੁਰਬਾਣੀ ਨੂੰ ਪੜ੍ਹ ਲਿਓ। ਇੱਕ ਨਹੀਂ ਬਹੁਤ ਚੀਜ਼ਾਂ ਰੱਖੀਆਂ ਨੇ ਗੁਰੂ ਪਾਤਸ਼ਾਹ ਨੇ ਸੰਭਾਲ ਕੇ ਸਾਨੂੰ ਦੱਸਣ ਦੇ ਲਈ। ਕਦੇ ਵੀ ਗੁਰਮੁਖ ਜਿਹੜਾ ਉਹ ਕਦੇ ਵੀ ਦਿਨ ਦਾ, ਰਾਤ ਦਾ, ਸੂਰਜ ਦਾ, ਚੰਦਰਮੇ ਦਾ, ਤਾਰਿਆਂ ਦਾ, ਪੰਜਕਾਂ ਦਾ, ਗੰਢ ਦਾ, ਮੂਲ ਦਾ, ਥਿਤਵਾਰ ਦਾ, ਕਿਸੇ ਚੀਜ਼ ਦਾ ਵਹਿਮ ਨਹੀਂ ਕਰਦਾ। ਜਿਹੜਾ ਵਹਿਮ ਕਰਦਾ ਉਹ ਭਰਮ ਦੇ ਵਿੱਚ ਹੈ। ਜਿਹੜਾ ਭਰਮ ਦੇ ਵਿੱਚ ਉਹਨੂੰ ਭੁਲੇਖਾ ਲੱਗਣਾ ਹੀ ਲੱਗਣਾ। ਇਸ ਕਰਕੇ ਉਹ ਬੰਦਾ ਜੰਜੀਰਾਂ ਦੇ ਵਿੱਚ, ਵਹਿਮਾਂ ਭਰਮਾਂ ਕਰਮ ਕਾਂਡਾਂ ਦੀਆਂ ਜੰਜੀਰਾਂ ਦੇ ਵਿੱਚ ਫਸਿਆ ਹੋਇਆ, ਉਹ ਨਿਕਲ ਨਹੀਂ ਸਕਦਾ। ਵੈਸੇ ਜਦੋਂ ਬੰਦੇ ਨੂੰ ਤਕਲੀਫ ਹੁੰਦੀ ਹੈ ਨਾ, ਦੁੱਖ ਹੁੰਦਾ, ਜਿੱਧਰ ਦੱਸ ਪੈਂਦੀ ਉਹ ਜਾਂਦਾ, ਉਹਨੂੰ ਜਾਣਾ ਪੈਂਦਾ, ਕੁਦਰਤੀ ਹੈ। ਪਰ ਇਹ ਭਰੋਸਾ ਰੱਖਿਓ, ਸਾਨੂੰ ਰੱਖ ਲੈਣਾ ਚਾਹੀਦਾ। ਗੁਰੂ ਨਾਨਕ ਪਾਤਸ਼ਾਹ ਸਾਰੇ ਹੀ ਬੰਧਨ ਕੱਟ ਦਿੰਦੇ ਨੇ। ਕਾਮ, ਕ੍ਰੋਧ, ਲੋਭ, ਮੋਹ, ਮਨ ਲੀਨਾ, ਬੰਧਨ ਕਾਟ ਮੁਕਤ ਗੁਰ ਕੀਨਾ। ਜਿੰਨੇ ਮਰਜ਼ੀ ਵਿਘਨ ਹੋਣ, ਜਿੰਨੇ ਮਰਜ਼ੀ ਜੋ ਵੀ ਚੀਜ਼ਾਂ ਹੋਣ, ਇਹ ਜਿਹੜੀਆਂ ਚੀਜ਼ਾਂ ਨੇ ਗੁਰੂ ਨਾਨਕ ਦੇ ਘਰ ਦੇ ਵਿੱਚ ਤੇ ਕੁਝ ਵੀ ਨਹੀਂ। ਜਿਹੜੀਆਂ ਚੀਜ਼ਾਂ ਅਸੀਂ ਮਾੜੀਆਂ ਮੰਨਦੇ ਹਾਂ, ਜਿਨ੍ਹਾਂ ਦੇ ਹੱਲ ਅਸੀਂ ਕਿਸੇ ਜੋਸ਼ੀ ਕੋਲੋਂ, ਕਿਸੇ ਬਾਹਮਣ ਕੋਲੋਂ ਕੋਈ ਅਸੀਂ ਚੀਜ਼ ਦੇ ਕੇ ਕਰਵਾਉਂਦੇ ਹਾਂ, ਕੋਈ ਕਿਸੇ ਦਾ ਇਸ ਤਰ੍ਹਾਂ ਹੱਲ ਨਹੀਂ। ਦੇਖੋ, ਸੇਵਾ ਕਰਕੇ ਤੇ ਸਿਮਰਨ ਕਰਕੇ ਜੋ ਮਰਜ਼ੀ ਲੁੱਟ ਲਓ। ਜੇ ਕਿਸੇ ਦਾ ਸਰੀਰ ਸਹੀ ਨਹੀਂ ਹੁੰਦਾ, ਉਹ ਸੇਵਾ ਕਰੇ। ਮੈਂ ਇਹ ਤਜਰਬੇ ਦੀ ਗੱਲ ਤੁਹਾਡੇ ਨਾਲ ਸਾਂਝੀ ਕਰਦਾ। ਪਿੰਗਲੇ ਇੱਥੇ ਸਹੀ ਹੋ ਗਏ। ਜੇ ਭਰੋਸਾ ਹੋਵੇ ਤਾਂ ਇੱਕ ਥਾਂ ਦੇ ਹੋਵੇ, ਥਾਂ ਥਾਂ ਦੇ ਇੱਕ ਥਾਂ ਦੇ ਹੋਵੇ, ਪਿੰਗਲੇ ਵੀ ਸਹੀ ਹੋ ਜਾਂਦੇ ਨੇ। ਪਿੰਗਲ ਪਰਬਤ ਪਾਰ, ਪਿੰਗਲ ਨੂੰ ਪਰਬਤ ਤੇ ਚੜਾ ਦਿੰਦਾ ਰੱਬ। ਜੇ ਕੋਈ ਉਸ ਤੇ ਭਰੋਸਾ ਰੱਖੇ, ਜਿਹਦਾ ਕਾਰਜ ਰਾਸ ਨਹੀਂ ਹੁੰਦਾ, ਬਿਲਕੁਲ ਰਾਸ ਹੁੰਦਾ। ਕਿਉਂ ਨਹੀਂ ਹੁੰਦਾ? ਪਰ ਸਿਆਣੇ ਕਹਿੰਦੇ ਨੇ ਨਾ, ਨੀਤਾਂ ਨੂੰ ਮੁਰਾਦਾਂ। ਮੇਰੀ ਨੀਤ ਮਾੜੀ ਹੋਏਗੀ, ਮੈਨੂੰ ਸਫਲਤਾ ਮਿਲਣੀ। ਮੈਂ ਗੁਰੂ ਦੀ ਹਜ਼ੂਰੀ 'ਚ ਕਹਿੰਦਾ, ਜੇ ਮੈਂ ਸਵੇਰੇ ਉੱਠ ਕੇ ਕਹਿੰਦਾ ਮਹਾਰਾਜ ਉਹਦਾ ਵੀ ਭਲਾ ਕਰੀ ਜਿਹੜਾ ਮੇਰਾ ਬੁਰਾ ਸੋਚਦਾ। ਜੇ ਮੈਂ ਇਹ ਕਹਿੰਦਾ ਮਹਾਰਾਜ ਜੀ ਜਿਹੜੀ ਚੀਜ਼ ਮੈਂ ਚਾਹੁੰਦਾ ਨਾ ਸਾਰਿਆਂ ਨੂੰ ਦੇਵੀਂ, ਮੇਰੇ ਦੁਸ਼ਮਣ ਨੂੰ ਵੀ ਦੇਵੀਂ, ਤੇ ਯਕੀਨ ਕਰਿਓ ਰੱਬ ਤੁਹਾਡੀ ਝੋਲੀ ਪਹਿਲਾਂ ਭਰੇਗਾ। ਤੇ ਜੇ ਮੂੰਹ ਦੇ ਵਿੱਚੋਂ ਕਿਸੇ ਲਈ ਗਲਤ ਨਿਕਲ ਗਿਆ ਤੇ ਸਤਸੰਗ ਜੀ ਆਪਣੀ ਖੇਤੀ ਨੂੰ ਤੇਲਾ ਪੈਣਾ ਹੀ ਪੈਣਾ। ਆਪਣੀ ਫਸਲ ਖਰਾਬ ਹੋਣੀ ਹੀ ਹੋਣੀ ਹੈ। ਰੋਜ਼ ਤੇ ਹੁਣ ਪੜ੍ਹਦੇ ਹਾਂ ਅਸੀਂ ਜੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਕਿਧਰੇ ਸਾਨੂੰ ਇੱਕੋ ਹੀ ਸਬਕ ਆ ਜਾਏ ਨਾ। ਲੋਕੀ ਜਿਹੜੇ ਨੇ ਉਹ ਥਾਂ ਥਾਂ ਤੇ, ਮੈਂ ਪੰਜਾਬੀ 'ਚ ਕਹਿੰਦਾ,
टक्करां खांदे फिरदे ने, गल ही नहीं बनती। पर महाराज जी कहते हो तेरा पूर्ण भरोसा नहीं बनता, अंदरों मन पूर्ण तौर पर टिकिया नहीं, साफ नहीं होया। जिस दिन मन पूर्ण भरोसे विच आ गया ते गुरु भी चल पाएगा। गुरु उन्हां वल चलिया जिहड़े कहंदे सी प्रभु राख प्रभु भावें मार, अब हम चली ठाकुर पै हार। मैनू हुण जो मर्जी कर, तेरे दर ते आया, भावें मार दे भावें रख लै, बस मैं होर किधरे नहीं जाना। अब गुरु गल बन। बाकी असी सत्कार सब का करना, सारे धर्मां का करना। किसी भी धर्म का कोई बंदा किधरे भी कोई जाता, असी सत्कार सब का करना, पर असी अपने घर में रहना, अपने घर में संभालना। ये सानू दसिया। किसी की निंदा नहीं करनी, किसी को गलत नहीं कहना, पर अपने घर दे विच सही रहना, अपना घर खराब नहीं करना। जो घर दे विच बजुर्ग कहते हैं, सियाने कहते जो गल बननी। साडा बजुर्ग कौन है? बाबा नानक। साडा सियाना कौन है? श्री गुरु ग्रंथ साहब। जो सानू कहते हैं वो सानू करना चाहिए। सो भगत कबीर जी की अज की यही पंक्ति है भी जिहड़े कर्म कांडां विच पै गए वो बड़े ही दूर हो गए। गुरु गोबिंद सिंह महाराज जी ने संसार को जाण तो पहला ने एक सानू उपदेश दे के गए सी। कहते मेरा सिख जब ये गए विप्रन की रीत, मैं न करूं इनकी प्रतीत, रहत प्यारी मुझको सिख प्यारा नाहे। जब लग खालसा रहे न्यारा, तब लग तेज देव मैं सर। एक इत्थे मैं होर एक गल साझी करते हैं, क्योंकि आम देखण सुन विच मिलदा है। असीं हाँ जी समाजिक प्राणी। साडे गुआंढ दे विच कोई हिंदू भरा भी आ सकदा है, रह सकदा, कोई मुसलमान भी रह सकता। असीं ते सिर्फ एक पिंडां 'च रहिंदे हां ना। जदों कोई बाहरले मुल्कां विच जांदा जां वड्डे वड्डे शहरां विच जांदा है ना, वो जिथे वो रहिंदे ने उत्थे केवल सारे साडे धर्म दे सिख लोग नहीं हुंदे। उत्थे जैनी भी हुंदे ने, बोधी भी गुआंढी हुंदे ने, मुसलमान भी कोई गुआंढी हो सकता है, हिंदू भी गुआंढी कोई हो सकता है। असीं भी दुख सुख दे विच उन्हां दे घरां विच जाना, उन्हां ने भी आउणा है। जे उन्होंने कितने गीता रामायण का पाठ रखा, कोई सिख उत्ते चला गया, अज का जमाना इदा भी फोटोआं खिंच के पा लेंदे ने, आ देखो सिखां की हालत, ये हिंदुओं के तुरे। जो हिंदू कोई मत्था टेकन आउंदा ना साडे गुरु घर, उदों नहीं असीं कुछ ही कहते, असीं क्या देखिया साडा बाबा किड्डा वड्डा। ते जदों असीं किसी के दुख विच होण, किसी की अंतम क्रिया है किसी हिंदू वीर की, कोई मुसलमान भरा भी साडा वीर हो सकता है। जे उहदे घर किते, चलो मुसलमान के अपने इलाके में है नहीं, जे कोई साडे वर्गे कोई लोग उत्थे जाण ते लोकां ने गल्लां करनियां ने, पर साडी हिस्टरी पढ़ लो। साडे बाबे नानक तो लैके 10वें पातशाह ने मुसलमानां नाल भी सांझ प्यारी रखी। बड़े इतिहास में एक नहीं बहुत विचारां ने, बहुत प्रमाण। हिंदुआं दे नाल भी महाराज जी ने बहुत प्यार, बहुत प्यारे सिख होके उन्होंने अगे आए। इस करके असीं समाजिक प्राणी हाँ। सानू किसी की अंतम क्रिया ते, किसी के गरुड़ पुराण के भोग से, किसी के होर भी जाना पएगा। इसका मतलब ये नहीं भी ये गुरु ग्रंथ साहब को टुट गया या ये गलत हो गया, नहीं। किसी की खुशी के समागम में जाना, उन्होंने अपने रीति रिवाज वो करन, उन्होंने मुबारक। असीं अपने रीति रिवाज करने, असीं हिंदुओं वाले कर सकते हैं, उन्होंने अपने करने, असीं अपने करने। इस करके इसका मतलब ये नहीं असीं किसी के आना नहीं, खुशी में जाना नहीं, गमी में जाके बहना नहीं, किसी के अंतिम संस्कार पर नहीं जाना। ये साडी कम्यूनिटी का बंदा नहीं। ऐदा नहीं सानू दसिया, सानू सारिਆਂ ਨੂੰ दसिया भी सारिਆਂ दे प्यार नाल बहना। असीं सारे इको ही मालक दे बच्चे हाँ। वक्री गल है, माटी एक अनेक भांत कर साधी साजनार। कभी किसी तो नफरत नहीं करनी, कोई मुना होवे, कोई सिख होवे, कोई किसी भी धर्म का होवे, किसी तो नफरत नहीं करनी, प्यार करना। बहुत प्यारी दुनिया में असीं देखे, जो दुनिया घूमने का मौका मिलता फिर पता लगता है। जिन्होंने असीं कहने भी ये बहुत चंगे ने, चंगे निकलते नहीं। जिन्होंने असीं बेगाने समझते हैं ना, वो इन्ने चंगे होंगे ने भी वो बयान नहीं किया जा सकता। वो इन्ना सत्कार करते हैं सिखां का, गुरु की बाणी का,
कई बार दूसरे धर्म के लोग तुसीं देखना इन्ना सत्कार करते हैं, तो साढ़े कई ऐसे भी सारिਆਂ की गल नहीं करना जिन्हों को बैठने का पता नहीं, बोलने का पता नहीं, गुरु ग्रंथ साहब के सत्कार का पता नहीं। तुसीं इंडिया तो बाहर निकल के जाओ, सिंधी लोगों को मिलो, किधरे सत्कार करते हैं, सिखा का इन्ना सत्कार करते हैं, फुलों के विछौने कर देंगे, पैरों में फुल सुट देंगे ने। आ यूपी की साइड से जो सिख रहते हैं, जो कोई प्रचारक जाता है ना, फुलों के नाल लद देंगे ने, गुरु ग्रंथ साहब को फुलों के नाल लद देंगे ने। इन्ना सरकार बैन बाजियां के नाल उन्होंने घर लिया, फिर छड्डन जाते हैं। कल्ले गुरु ग्रंथ साहब को नहीं, जिहड़ा कीर्तन करता है, कथा करता है। हाँ, मैनूं गुरसिख कई दसदे, कहते असीं ते रोण तो बगैर रह ही नहीं सके भी साडी इन्नी इज्जत की, इन्ना सत्कार किया, कहते रोए तां कई असी क्या भी वो भी सिख ने साडे जिन्हां दे विच असीं विचरदे हां, उन्हां नूं इन्नी सोझी क्यों नहीं आई भी इन्हां नूं साडे विच की दिसिया। हर का सेवक सो हर जिहा। फिर जिन्हां ने जिस तरह किसी नूं देखिया ना, उन्हां नूं उसे तरह का ही फल मिलिया। जिसने किसी नूं जिन्ने लफ्ज़ां दे नाल सत्कारिया, उन्होंने उन्ने ही लफ्ज़ां भी सत्कार मिले। जिसने किसी को बिल्कुल सत्कार नहीं दिता, वो सत्कार मिलिया भी नहीं। जिसने किसी को रब समझिया ना, भाई लैणे ने गुरु नानक पातशाह को की समझिया, निरंकार रब पूर्ण सतगुर। तो उन्होंने की बना दिता भाई लैणा जी को, पूर्ण सतगुर, पूर्ण निरंकार, पूर्ण गुरु अंगद देव पातशाह। जिन्होंने जो कुछ समझिया ना, उन्होंने उन्नी क चीज़ मिली, मतलब जिन्नी क झोली किसी की सी उन्नी क चीज़ मिली। इस करके सारिਆਂ ਨੂੰ रब का पता समझना चाहिए, तो कर्म कांडां तो बचना चाहिए। भगत जी सानू यही दस रहे हैं, अगलियां दो चार पंक्तियां ਉਹਦੇ ਵਿੱਚ भी यही दसिया, कहते आपन नगर आप ते बांधिया। ਜਿਹੜੇ कर्म कांड वाले सी ना, उन्हां दी करनी ने ही जकड़ के रख लिया, वो बाहर निकले ही। क्योंकि जो बिल्ली ने रस्ता कट दिता ना, कोई बाटा लैके या टोकरी लैके जो घरों सगन से निकल लगे कि या किसी ने निश मारी, वो कहता रुक जाओ, इत्थे ही रुक गया। नाम सिंह कि डरदा बिल्ली दे रस्ते कट्टन को काहदा सिंह नाम तौर। ते जे कोई खाली बाटा या खाली टोकरा लैके मोरियों मुड़ पवे, तो सत्संगा जी जां कोई होर इदां दी चीज़ां ने अगे टक्कर पैन, तो जां कोई मुर्दा ही टक्कर पवे, तो देखो ये बादशाह नहीं मनता। शराबी टक्कर जाए ना किसी को, प्राहुणचारी जाते वो लागे उत्ते लंघ जाता है, उन्हें गालां भी चार कढ़नियां। तो जिहड़ा एक मुर्दा है, वो ना किसी की निंदिया विचारा करता है, ना किसी को माड़ा कहता है, वो तो चलिया अपना हिसाब किताब नवेड़ के। उन्हें की तुहानूं किसी ने कहना वो है जिहड़ा खौरू पांदा, जिहड़ा खप पांदा, जिहड़ा तंग करदा है, उहदे कोलों असीं लंघ जाते हैं। पर जे मुर्दे की अर्थी को देख लीए तो दूजी गली में वड़ जाते हैं। ये चीज़ां ही गुरबाणी ने कढ़ियां ने। कोई डरना नहीं चाहिए, कोई डरना नहीं चाहिए, कुछ नहीं होता। रब नूं हाजिर नाजिर समझो। ये मड़ियां मुड़ियां कख नहीं करदियां। चलो मेरा विशा नहीं है, ये कख नहीं कर सकदियां। जाम गुरु होए वल लख बाहें क्या कीजै। ये सारिया चीज़ां मैं तजर्बे वालियां अपने ते हंडाइयां मैं तुहाडे नाल साझियां कर रही तां साझियां कर रहे हैं। जे मैं अपनी गल सुनाई, किसी ने कहना भाई अपनी वडियाई कर, मैं गुरु की हजूरी में बह के अपनी वडियाई नहीं करदा। मैं अपनी मैरिज के ब्याह के दिनों के मैं संस्कार करता रहा। संस्कार मड़ियां के विच माँ मेरी कहती आ की करते, मैं भी जोड़ा काम है वो तो करना ही करना। खाचलियां ने मड़ियां खाचले ने मुर्दे वो बेचारे चंगे बड़े, जिन्हें सिक्ख्या लैनी वो मुर्दे को बह के सिक्ख्या लै सकता है। मुर्दे को बैठने वाला बंदा गलती नहीं करता, उनको सिक्ख्या लैके आता है। जोड़े टपते नचते उन्होंने को सिक्ख्या नहीं मिलती, कख नहीं बिगड़िया, कख नहीं बिगड़ता। गुरु वाल होवे ते कोई चिंपड़दा नहीं। भूत प्रेत, भूत इहदी सोच है, भूत इहदा मन है, प्रेत इहदा मन है। मन दे विचों सब कुछ निकलदा ते मन दे नाल ही सब कुछ लथदा। इस करके मन नूं जिसने काबू कर लिया, कोई डर नहीं रहिंदा,
ਕਿਸੇ ਮੁਰਦੇ ਤੋਂ, ਕਿਸੇ ਮਸਾਨ ਤੋਂ, ਕਿਸੇ ਮੜੀ ਤੋਂ, ਕਿਸੇ ਜਾਦੂ ਤੋਂ, ਕਿਸੇ ਟੂਣੇ ਤੋਂ ਕੱਖ ਵੀ ਨਹੀਂ ਹੈ, ਕੱਖ ਵੀ ਨਹੀਂ ਹੈ। ਮੈਨੂੰ ਮਿਲਣ ਦਾ ਮੌਕਾ ਮਿਲਿਆ ਵੱਡੇ ਵੱਡੇ ਜਲੰਧਰ ਦੇ ਇੱਕ ਬਹੁਤ ਵੱਡੇ ਮੈਨੂੰ ਇੱਕ ਪੰਡਤ ਦੇ ਨਾਲ ਗੱਲ ਵਿਚਾਰ ਕਰਨ ਦਾ ਮੌਕਾ ਮਿਲਿਆ। ਉਹ ਮੇਰੀਆਂ ਵਿਚਾਰਾਂ ਨੂੰ ਮੰਨ ਗਿਆ ਕਹਿੰਦਾ ਬਿਲਕੁਲ ਤੁਸੀਂ ਸਹੀ। ਕਹਿੰਦੇ ਜੇ ਤੁਸੀਂ ਸੇਵਾ ਕਰਦੇ ਹੋ, ਗੁਰਬਾਣੀ ਨਾਲ ਜੁੜਦੇ ਹੋ ਨਾ, ਤੁਹਾਨੂੰ ਕੋਈ ਕਿਸੇ ਕਿਸਮ ਦਾ ਕਰਮ ਕਰਨ ਦੀ ਜ਼ਰੂਰਤ ਨਹੀਂ, ਕੋਈ ਉਪਾਅ ਕਰਨ ਦੀ ਜ਼ਰੂਰਤ ਨਹੀਂ, ਕੋਈ ਸਤਨਾਜੇ ਰੋੜਨ ਦੀ ਜ਼ਰੂਰਤ ਨਹੀਂ, ਕੋਈ ਤੁਹਾਨੂੰ ਚਾਂਦੀ ਦੀਆਂ ਚੀਜ਼ਾਂ ਪ੍ਰਵਾਹ ਕਰਨ ਦੀ ਜ਼ਰੂਰਤ ਨਹੀਂ। ਇਹ ਚੀਜ਼ਾਂ ਸਾਰੀਆਂ ਮੈਂ ਗੁਰੂ ਦੀ ਹਜ਼ੂਰੀ ਵਿੱਚ ਕਹਿ ਰਿਹਾ, ਮੈਂ ਕਿਸੇ ਬਹੁਤ ਵੱਡੇ ਪੰਡਿਤ ਕੋਲੋਂ ਉਹਦੇ ਮੂੰਹ ਤੋਂ ਆਪ ਕਢਵਾਈਆਂ ਤੇ ਸੁਣੀਆਂ। ਕਿ ਸਾਨੂੰ, ਮੈਂ ਤਾਂ ਹੀ ਕਹਿੰਦਾ, ਸਾਨੂੰ ਸਾਰਿਆਂ ਨਾਲ ਮਿਲ ਕੇ ਵਿਚਾਰ ਕਰਨੀ ਚਾਹੀਦੀ ਹੈ ਵੀ ਚੀਜ਼ ਚੰਗੀ ਕੀ ਹੈ, ਮਾੜੀ ਕੀ ਹੈ, ਇਹਦਾ ਹੱਲ ਕੀ ਹੈ। ਗੁਰਬਾਣੀ ਸਾਰੀਆਂ ਚੀਜ਼ਾਂ ਦਾ ਹੱਲ ਕਰਦੀ ਹੈ। ਗੁਰਬਾਣੀ ਜੀਵਨ ਤੋਂ ਮੌਤ, ਮੌਤ ਤੋਂ ਮੁਕਤੀ, ਇਹ ਸਾਰੀਆਂ ਚੀਜ਼ਾਂ ਦਾ ਹੱਲ ਸੱਚੇ ਪਾਤਸ਼ਾਹ ਦੀ ਬਾਣੀ ਕਰਦੀ ਹੈ। ਪਰ ਇਸ ਵੱਲ ਬਹੁਤ ਘੱਟ ਅਸੀਂ ਤੁਰੇ ਹਾਂ। ਮੋਹ ਕੈ ਵਾਂਗ ਕਾਲ ਸਰ ਸੰਧੇ, ਮੋਹ ਦੀ ਬਾਹੀ ਦੇ ਵਿੱਚ ਫਸਾ ਕੇ ਸੁਰਗ ਨਰਕ ਦੇ ਝਾਂਸੇ ਦੇ ਕੇ, ਧੋਖੇ ਦੇ ਕੇ, ਮੌਤ ਦੇ ਸਹਿਮ ਦਾ ਤੀਰ ਮਾਰ ਕੇ ਤੇ ਮਨੁੱਖ ਨੂੰ ਜੰਜੀਰਾਂ ਦੇ ਵਿੱਚ ਬੰਨ੍ਹ ਦਿੱਤਾ। ਇਸ ਮਨੁਸ਼ਮਤੀ ਨੇ ਕੱਟੀ ਨਾ ਕੱਟੇ, ਟੂਟ ਨਾ ਜਾਏਗੀ। ਫਿਰ ਇਹ ਜਿਹੜਾ ਗਿਆਨ ਸੀ ਨਾ, ਗਲਤ ਗਿਆਨ, ਇਹ ਜਿਹੜੀ ਜੰਜੀਰ ਇਹਨਾਂ ਟੁੱਟਦੀ ਨਹੀਂ। ਜਿਹੜੀਆਂ ਪਰੰਪਰਾ ਚਿੰਬੜੀਆਂ ਹੋਈਆਂ ਨੇ, ਗਲਤ ਰਵਾਇਤਾਂ ਚਿੰਬੜੀਆਂ ਹੋਈਆਂ ਨੇ, ਇਹ ਬੜਾ ਮੁਸ਼ਕਲ ਹੈ ਇਹਨੂੰ ਗਲੋਂ ਲਾਉਣਾ। ਸਾਹ ਸਾਪਣ ਹੋਏ ਜਗ ਕੋ ਖਾਈ, ਇਹ ਚੀਜ਼ ਸਪਣੀ ਬਣ ਕੇ, ਜਿਵੇਂ ਸਪਣੀ ਆਪਣੇ ਬੱਚਿਆਂ ਨੂੰ ਬਖਸ਼ਦੀ ਦੀ ਖਾ ਲੈਂਦੀ ਹੈ, ਤੇ ਉਹੀ ਜਿਹੜਾ ਅਧੂਰਾ ਤੇ ਗਲਤ ਗਿਆਨ ਹੈ, ਇਸ ਖੁਦ ਗਿਆਨੀ ਨੂੰ ਹੀ ਖਾ ਗਿਆ। ਭਗਤ ਕਬੀਰ ਜੀ ਕਹਿੰਦੇ ਨੇ, ਹਮ ਦੇਖਤ ਜਿਨ ਸਭ ਜਗ ਲੁੱਟਿਆ। ਸਾਡੇ ਵੇਖਦਿਆਂ ਹੀ ਇਸ ਚੀਜ਼ ਨੇ, ਇਸ ਗਲਤ ਗਿਆਨ ਨੇ ਜਗ ਨੂੰ ਲੁੱਟ ਲਿਆ, ਗਲਤ ਰਾਹੇ ਪਾ ਦਿੱਤਾ। ਕਹੋ ਕਬੀਰ ਮੈਂ ਰਾਮ ਕਹਿ ਛੂਟਿਆ। ਤੇ ਅਸੀਂ ਤਾਂ ਬਚੇ, ਅਸੀਂ ਪ੍ਰਭੂ ਰਾਮ ਦੇ ਨਾਮ ਦੇ ਨਾਲ ਜੁੜ, ਸਾਨੂੰ ਰਾਮ ਨੇ ਸੋਝੀ ਦਿੱਤੀ, ਨਾਮ ਨੇ ਸੋਝੀ ਦਿੱਤੀ, ਵਾਹਿਗੁਰੂ ਸ਼ਬਦ ਨੇ ਸੋਝੀ ਦਿੱਤੀ। ਕਹੋ ਕਬੀਰ ਮੈਂ ਰਾਮ ਕਹਿ ਛੁੱਟਿਆ, ਮੈਂ ਪ੍ਰਭੂ ਦਾ ਨਾਮ ਲੈ ਕੇ ਮੈਂ ਛੁੱਟ ਗਿਆ, ਮੈਂ ਬਚ ਸੋ। ਇਸ ਅੱਜ ਦੇ ਲੜੀਵਾਰ ਸ਼ਬਦ ਦੀ ਵਿਚਾਰ ਜੋ ਭਗਤ ਕਬੀਰ ਜੀ ਦੀ ਬਾਣੀ ਬਹੁਤ ਹੀ ਚੜ੍ਹਦੀ ਕਲਾ ਦੇ ਵਿੱਚ ਵਿਚਾਰ ਬਖਸ਼ਿਆ ਸਨ ਮਹਾਰਾਜ ਜੀ ਨੇ। ਸੋ ਭੁੱਲਾਂ ਚੁੱਕਾਂ ਦੀ ਖਿਮਾ, ਇਨੀ ਸੇਵਾ ਪ੍ਰਵਾਨ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।